जी, एक बारी फिर मैं ਤੁਹਾਨੂੰ GSTR 3B ਫਾਈਲ ਕਰਨ ਦਾ ਪ੍ਰੋਸੈਸ ਲਾਈਵ ਕਰਦੇ ਕਰਦੇ ਸਮਝਾਉਣ ਲੱਗਿਆ। ਮੈਂ ਜਿਹਦੀ ਰਿਟਰਨ ਫਾਈਲ ਕਰਨੀ ਆ ਉਸ ਕੰਪਨੀ ਦਾ ਨਾਮ ਹੈ ਮਿਲਨ ਕਰਿਆਨਾ ਸਟੋਰ। ਉਹ ਕੰਪਨੀ ਆਪਣੇ ਸੌਫਟਵੇਅਰ ਦੇ ਵਿੱਚੋਂ ਮੈਂ ਓਪਨ ਕਰ ਲਈ, ਇਹਦਾ ਪਾਸਵਰਡ ਲਿਖਿਆ ਹੋਇਆ। ਮੈਂ ਇਹਦੀ ਸੇਲ ਐਂਡ ਪਰਚੇਜ਼ ਚੈੱਕ ਕਰਦਾ। ਇਹ ਰਿਟਰਨ ਭਰਨ ਲੱਗਿਆ ਕੁਆਟਰਲੀ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਦੀ। 1 ਜਨਵਰੀ ਤੋਂ 31 ਮਾਰਚ ਦੀ ਸੇਲ ਦਾ ਹਿਸਾਬ ਲਾਈਏ ਤਾਂ ਸੇਲ ਹੈਗੀ ਹੈ 40,51,000 ਦੀ। ਇਹਦੇ 'ਤੇ ਟੈਕਸ ਜੋ ਬਣਦਾ ਆ ਉਹ ਹੈ 91,584 ਰੁਪਏ 30 ਪੈਸੇ ਸੈਂਟਰ ਦਾ, ਔਰ ਇਤਨਾ ਹੀ ਸਟੇਟ ਦਾ। ਔਰ ਇਹਦੇ 'ਤੇ ਸੈਸ ਵੀ ਸਾਡਾ ਦੇਣਦਾਰੀ ਬਣਦੀ ਹੈ 23,361 ਰੁਪਏ 47 ਪੈਸੇ। ਤੋ ਇਹ ਜਿਹੜੀ ਪੇਮੈਂਟ ਹੈ, ਇਹ ਪੇਮੈਂਟ ਕਰਨ ਵਾਸਤੇ ਆਪਾਂ ਰਿਟਰਨ ਫਾਈਲ ਕਰਨੀ ਹੈ। ਉਸ ਰਿਟਰਨ ਨੂੰ ਕਹਿੰਦੇ ਆ GSTR 3B। ਰਿਟਰਨ ਫਾਈਲ ਕਰਨ ਵਾਸਤੇ ਜੋ ਵੀ ਵੇ ਹੈ, ਜਿਵੇਂ ਵੀ ਰਿਟਰਨ ਫਾਈਲ ਕਰਦੇ ਹਾਂ ਉਹੀ ਮੈਂ ਵੇ ਇੱਥੇ ਯੂਜ਼ ਕਰਦੇ ਕਰਦੇ ਨਾਲ ਦੀ ਨਾਲ ਮੈਂ ਨਰੇਟ ਕਰੂੰਗਾ ਕਿ ਮੈਂ ਕੀ ਕਰ ਰਿਹਾ। ਸਭ ਤੋਂ ਪਹਿਲਾਂ ਮੇਰਾ ਕੰਮ ਕੀ ਹੋਊਗਾ, ਮੈਂ ਕੰਪਨੀ ਦਾ ਜਿਹੜਾ GST ਪੋਰਟਲ 'ਤੇ ਲੌਗਇਨ ID ਅਤੇ ਪਾਸਵਰਡ ਫਿਲ ਕਰੂੰਗਾ। ਇਹਦਾ ਮੈਂ ਪਾਸਵਰਡ ਫਿਲ ਕਰਨ ਲੱਗਿਆ। ਅਤੇ ਲੌਗਇਨ ਕਰਨ ਲੱਗਿਆ ਜੀ। ਲੌਗਇਨ ਹੋਣ ਤੋਂ ਬਾਅਦ ਇਹਨੂੰ ਤਾਂ ਕਲਿੱਕ ਹੀ ਕਰ ਦਿਓ। ਹੁਣ ਇਹਦੇ 'ਚ ਜੇ ਤੁਸੀਂ ਦੇਖੋਗੇ, ਪਹਿਲਾਂ ਕੰਟੀਨਿਊ ਟੂ ਡੈਸ਼ਬੋਰਡ 'ਚ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਅਸੀਂ ਪਿਛਲੇ ਜਨਵਰੀ ਅਤੇ ਫਰਵਰੀ ਦੇ ਵਿੱਚ ਜਿੰਨਾ ਕੈਸ਼ ਰਿਕੁਆਇਰਡ ਸੀ ਐਜ਼ ਪਰ ਦੀ ਰਿਟਰਨ, ਐਜ਼ ਪਰ ਦੀ ਡਾਟਾ, ਉਹਨਾਂ ਅਸੀਂ ਜਮ੍ਹਾਂ ਕਰਵਾਤਾ ਸੀ। ਸਾਡੇ ਕੋਲ SCST ਘਟਦਾ ਸੀ। SCST ਜਨਵਰੀ ਅਤੇ ਫਰਵਰੀ ਦਾ ਟੋਟਲ 2200 ਰੁਪਇਆ ਅਸੀਂ ਆਲਰੇਡੀ ਜਮ੍ਹਾਂ ਕਰਾ ਲਿਆ। ਆਹ ਓਪਨਿੰਗ ਬੈਲੈਂਸ ਜਨਵਰੀ ਤੋਂ ਪਹਿਲਾਂ ਦਸੰਬਰ ਤੱਕ ਦੀ ਰਿਟਰਨ ਫਾਈਲ ਕਰਨ ਦਾ ਓਪਨਿੰਗ ਬੈਲੈਂਸ CGST ਆਪਣੇ ਕੋਲ ਇਹ ਪਿਆ, SGST ਇਹ ਹੈ ਅਤੇ ਸੈਸ ਇਹ ਹੈ। ਯਾਨੀ ਇੰਨਾ ਆਲਰੇਡੀ ਇਨਪੁਟ ਅਵੇਲੇਬਲ ਹੈ। ਇਹ ਜਿਹੜਾ ਇਨਪੁਟ ਅਵੇਲੇਬਲ ਹੈ ਇਹ ਲਾਸਟ ਰਿਟਰਨ ਅਸੀਂ ਦਸੰਬਰ ਦੀ ਫਾਈਲ ਕੀਤੀ ਸੀ GSTR 3B, ਉਹਦੇ ਮੁਤਾਬਕ ਹੈ। ਜਨਵਰੀ ਅਤੇ ਫਰਵਰੀ ਦੇ ਵਿੱਚ ਜਿੰਨਾ GST ਲਾਇਬਿਲਿਟੀ ਬਣਦੀ ਹੈ ਉਹ ਅਸੀਂ ਬਿਨਾਂ ਰਿਟਰਨ ਭਰੇ ਤੋਂ ਜਮ੍ਹਾਂ ਕਰਵਾਉਣਾ ਸੀ। ਐਜ਼ ਪਰ ਦੀ ਰੂਲ ਅਸੀਂ ਜਮ੍ਹਾਂ ਕਰਵਾ ਚੁੱਕੇ ਸੀ। ਹੁਣ ਅਸੀਂ ਇਸ ਮਹੀਨੇ 3 ਮਹੀਨਿਆਂ ਦੀ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੀ ਇਕੱਠੀ ਰਿਟਰਨ ਫਾਈਲ ਕਰਨੀ ਹੈ। ਇਸ ਵਾਸਤੇ ਮੈਂ ਕੀ ਕਰੂੰਗਾ, ਫਾਈਲ ਰਿਟਰਨਸ 'ਤੇ ਕਲਿੱਕ ਕਰਦਾ। ਫਾਈਲ ਰਿਟਰਨਸ 'ਤੇ ਕਲਿੱਕ ਕਰਕੇ ਉਹ ਪੁੱਛਦਾ ਕਿਹੜੇ ਮਹੀਨੇ ਦੀ ਰਿਟਰਨ ਫਾਈਲ ਕਰਨੀ ਹੈ। ਮੈਂ ਮਾਰਚ 2020-21 ਦਾ ਚੂਜ਼ ਕਰ ਲਿਆ। ਇਹਦੀ ਰਿਟਰਨ ਫਾਈਲ ਕਰਨੀ ਹੈ। GSTR 1 ਪਹਿਲਾਂ ਹੀ ਫਾਈਲ ਕਰ ਚੁੱਕੇ ਹਾਂ। ਇਹਦੀ ਲਾਸਟ ਡੇਟ 11 ਅਪ੍ਰੈਲ ਸੀ। ਉਹ ਅਸੀਂ 11 ਅਪ੍ਰੈਲ ਤੋਂ ਪਹਿਲਾਂ ਫਾਈਲ ਕਰਤੀ ਸੀ। ਇਹਦੀ ਫਾਈਲਿੰਗ ਦੀ ਵੀ ਮੈਂ ਪਹਿਲਾਂ ਵੀਡੀਓ ਬਣਾ ਚੁੱਕਿਆ, ਤੁਸੀਂ ਪਿੱਛੇ ਦੇਖ ਸਕਦੇ ਹੋ। ਜੇ ਅਸੀਂ ਇਹ ਰਿਟਰਨ ਫਾਈਲ ਕਰ ਦਿੱਤੀ, ਇਹਦਾ ਮਤਲਬ ਇਹ ਹੈ ਵੀ ਜਿਹੜੀ ਆਪਾਂ ਇੱਥੇ ਸੇਲ ਦੱਸੀ ਹੋਈ ਹੈ ਕਿ ਸਾਡੀ 40,51,000 ਦੀ ਸੇਲ ਹੈ, ਉਹਦੇ 'ਤੇ 91,000 ਅਤੇ 23,000 ਤਿੰਨੇ ਰਕਮਾਂ ਦਾ ਜਿਹੜਾ GST ਲਾਇਬਿਲਿਟੀ ਬਣਦੀ ਹੈ ਇਹ ਆਲਰੇਡੀ ਇਹਦਾ ਮਤਲਬ ਇਹ ਹੈ ਵੀ ਅਸੀਂ ਸਰਕਾਰ ਨੂੰ ਦੱਸੀ ਹੋਈ ਹੈ। ਇੱਥੋਂ ਇਹਨੇ GSTR 3 ਵਿੱਚ ਆਪਣੇ ਆਪ ਹੀ ਪੋਸਟਿੰਗ ਕਰ ਲੈਣੀ ਹੈ। ਅੱਛਾ, ਜਿਹੜੀ ਅਸੀਂ ਪਰਚੇਜ਼ ਕੀਤੀ ਆ, ਹਾਲਾਂਕਿ ਮੇਰੇ ਕੋਲ ਜੇ ਮੈਂ ਇਸੇ ਪੂਰੇ ਕੁਆਟਰ ਦੀ ਪਰਚੇਜ਼ ਚੈੱਕ ਕਰਦਾ ਤਾਂ ਪਰਚੇਜ਼ ਮੇਰੇ ਕੋਲ ਜ਼ਰੂਰ ਹੈ 37 ਲੱਖ ਦੀ। ਇਹਦੇ ਉੱਤੇ IGST ਅਸੀਂ ਪੇ ਕੀਤਾ ਹੈ 23,000 ਰੁਪਈਏ। 57,437 ਤੇ ਨਹੀਂ, ਸੈਂਟਰ ਦੇ ਸਟੇਟ ਦਾ ਟੈਕਸ ਪੇ ਕੀਤਾ, ਸੈਸ ਪੇ ਕੀਤਾ ਹੋਇਆ। ਹੁਣ ਇਹ ਜਿਹੜਾ ਅਸੀਂ ਐਕਚੁਅਲ ਪੇ ਕੀਤਾ ਇਹ ਉਹ ਫਿਗਰ ਹੈ ਜੋ ਅਸੀਂ ਆਪਣੀਆਂ ਕਿਤਾਬਾਂ ਦੇ ਵਿੱਚ ਰਿਕਾਰਡ ਕੀਤੀ ਹੋਈ ਹੈ। ਲੇਕਿਨ ਇੱਥੇ GST 'ਚ ਗੌਰਮੈਂਟ ਨੇ ਇਹ ਕਹਿਤਾ ਕਿ ਜਿਹੜੇ ਤੁਹਾਡੇ ਸਪਲਾਇਰ ਨੇ ਉਹਨਾਂ ਨੇ ਜਿਨ੍ਹਾਂ ਨੇ GSTR 1 ਫਾਈਲ ਕਰਤੀ ਉਹਨਾਂ ਦੇ ਮੁਤਾਬਕ ਅਸੀਂ ਤੁਹਾਡੀ ਪਰਚੇਜ਼ ਆਪਣੇ ਆਪ ਬਣਾ ਲਈ। ਹੁਣ ਜਿਹੜੀ ਪਰਚੇਜ਼ ਗੌਰਮੈਂਟ ਨੇ ਆਪੇ ਹੀ ਆਪਣੇ ਲੋਕਾਂ ਦੀ GSTR 1 ਤੋਂ ਫਾਈਲ ਕੀਤੀ ਸੀ ਤੋਂ ਆਪਣੇ ਬਣਾਈ ਹੈ, ਉਹਦਾ ਅਗਰ ਅਸੀਂ ਕੁਆਟਰਲੀ ਵਿਊ ਦੇਖਣਾ ਹੋਵੇ ਤਾਂ ਉਹ ਹੈ GSTR 2B ਕੁਆਟਰਲੀ ਵਿਊ। ਇਹਨੂੰ ਵਿਊ ਕਰੋ। ਇੱਥੋਂ ਮੈਨੂੰ ਹੁਣ ਇਹ ਪਤਾ ਲੱਗ ਜਾਣਾ ਆ ਕਿ ਜਿਹੜਾ ਟੋਟਲ ITC ਇਹਨੇ ਸਾਨੂੰ ਦਿੱਤਾ ਹੈ ਉਹ ਹੈ 20,974, ਜਦ ਕਿ ਸਾਡੀਆਂ ਕਿਤਾਬਾਂ ਦੇ ਵਿੱਚ ਹੈਗਾ 23,000 ਦਾ। ਮਤਲਬ 3,000 ਰੁਪਏ ਦਾ ਟੈਕਸ ਸਾਡਾ ਵੇਸਟ ਹੋਇਆ। ਇੱਦਾਂ ਦੇ ਕਿਸੇ ਸਪਲਾਇਰ ਤੁਸੀਂ ਸਮਾਨ ਪਰਚੇਜ਼ ਕੀਤਾ ਜਿਹਨੇ ਸਾਡੇ ਤੋਂ IGST ਤਾਂ ਲੈ ਲਿਆ ਲੇਕਿਨ ਰਿਟਰਨ ਫਾਈਲ ਨਹੀਂ ਕੀਤੀ। ਇਸ ਤਰ੍ਹਾਂ ਹੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਜਿਹੜਾ CGST ਹੈ ਇਹ 61,000 ਰੁਪਈਆ ਅਤੇ SCST ਦੀ 61,000 ਰੁਪਈਆ ਸਾਡਾ
ਗੌਰਮੈਂਟ ਦੇ ਪੋਰਟਲ ਤੇ ਸ਼ੋ ਹੋ ਰਿਹਾ, ਜਦ ਕਿ ਸਾਡੀਆਂ ਕਿਤਾਬਾਂ ਦੇ ਵਿੱਚ ਇਹ 57-57000 ਸ਼ੋ ਹੋ ਰਿਹਾ। ਇਹਦਾ ਮਤਲਬ ਕਿ ਅਸੀਂ ਹੋ ਸਕਦਾ ਕਿ ਕੁਝ ਬਿੱਲ ਐਂਟਰ ਨਾ ਕੀਤੇ ਹੋਣ, ਕੁਝ ਪਰਚੇਜ਼ ਦੇ ਬਿੱਲ ਇੱਦਾਂ ਦੇ ਹੋਣ ਜਿਹੜੇ ਸਾਡੇ ਭਰਨ ਤੋਂ ਰਹਿੰਦੇ ਹੋਣਗੇ, ਜਿਹਦਾ ਟੈਕਸ ਅਸੀਂ ਪੇ ਕਰ ਦਿੱਤਾ, ਸਾਨੂੰ ਨਹੀਂ ਪਤਾ, ਲੇਕਿਨ ਰਿਟਰਨਸ ਤੋਂ ਗੌਰਮੈਂਟ ਕੋਲ ਡਾਟਾ ਪਹੁੰਚ ਗਿਆ ਕਿ ਅਸੀਂ ਇਹ ਟੈਕਸ, ਜਾਂ ਕੁਝ ਇੱਦਾਂ ਦੇ ਬਿੱਲ ਵੀ ਨੇ ਜਿਹੜੇ ਕਿਸੇ ਹੋਰ ਨੇ ਰਿਟਰਨ ਲੇਟ ਭਰੀ ਹੈ, ਆਪਾਂ ਨੇ ਉਹਨੂੰ ਦਸੰਬਰ 'ਚ ਭਰਤਾ ਜਾਂ ਆਪਾਂ ਨੇ ਉਹਨੂੰ ਜਨਵਰੀ 'ਚ ਭਰ ਦਿੱਤਾ, ਲੇਕਿਨ ਜਿਹੜਾ ਉਹ ਸਪਲਾਇਰ ਆ ਉਹਨਾਂ ਨੇ ਦਸੰਬਰ ਦੀ ਰਿਟਰਨ ਜਨਵਰੀ ਜਾਂ ਫਰਵਰੀ 'ਚ ਬਾਅਦ 'ਚ ਭਰੀ ਹੈ, ਇਸ ਕਰਕੇ ਇਹਦੇ 'ਚ ਮਿਸਮੈਚ ਹੈ। ਬਟ ਜਿੰਨਾ ਵੀ ਹੈ ਗੌਰਮੈਂਟ ਨੇ ਜੋ ਕਹਿ ਤਾ ਅਸੀਂ ਇੰਨਾ ਕਲੇਮ ਕਰ ਸਕਦੇ ਹਾਂ। ਇਹਦੇ ਵਿੱਚੋਂ ਵੀ ਆਹ ਰਿਵਰਸਲ ਹੈ, ਯਾਨੀ ਅਸੀਂ ਟੋਟਲ 20,000 ਰੁਪਏ IGST ਪੇ ਕੀਤਾ, ਜਿਹਦੇ ਵਿੱਚ 110 ਰੁਪਏ ਦੇ ਕ੍ਰੈਡਿਟ ਨੋਟ ਨੇ, ਇਹ ਮਾਈਨਸ ਹੋ ਜਾਣੇ ਆ। ਇੱਦਾਂ 61,000 ਰੁਪਏ ਟੋਟਲ CGST ਅਸੀਂ ਪੇ ਕੀਤਾ, ਉਹਦੇ ਵਿੱਚੋਂ 1582 ਦਾ ਸੇਲ ਪਰਚੇਜ਼ ਰਿਟਰਨ ਹੈ, ਤੋ ਨੈਟ ਇਹਨਾਂ ਦਾ ਮਾਈਨਸ ਕਰਕੇ ਆ ਜਾਊਗਾ। ਸੈਸ ਅਸੀਂ ਪੇ ਕੀਤਾ 228 ਰੁਪਏ, ਅਤੇ ਬਾਕੀ ਇਹ 'ਚ ਕੋਈ ਹੈ ਨਹੀਂਗਾ। ਰਾਈਟ, ਠੀਕ ਹੈ। ਹੁਣ ਮੈਂ ਰਿਟਰਨ ਇੱਕ ਤਾਂ ਨਾ GSTR 2B ਤੋਂ ਇਹ ਪਤਾ ਲੱਗਿਆ ਕਿ ਸਾਡਾ ਇਨਪੁਟ ਟੈਕਸ ਕ੍ਰੈਡਿਟ ਕਿੰਨਾ ਗੌਰਮੈਂਟ ਕੋਲ ਪਿਆ, ਉਹ ਵੀ GSTR 3B ਦੇ ਵਿੱਚ ਆਪੇ ਆ ਜਾਣਾ ਆ। ਮੈਂ ਤੁਹਾਨੂੰ ਦਿਖਾਉਣਾ, ਇੱਥੋਂ ਬੈਕ ਟੂ ਡੈਸ਼ਬੋਰਡ ਵਾਪਸ ਚੱਲਦੇ ਹਾਂ। GSTR 3B ਫਾਈਲ ਕਰਨੀ ਈਜ਼ੀ ਹੋ ਗਈ ਹੈ ਹੁਣ। ਮੈਂ ਮਾਰਚ ਦੀ GSTR 3B ਫਾਈਲ ਕਰਨ ਵਾਸਤੇ ਮਾਰਚ ਮੰਥ ਚੂਜ਼ ਕਰਕੇ ਰਿਟਰਨ ਡੈਸ਼ਬੋਰਡ 'ਤੇ ਗਿਆ, ਪ੍ਰਪੇਅਰ ਆਨਲਾਈਨ 'ਤੇ ਕਲਿੱਕ ਕਰਤਾ, GSTR 3B ਨਿਲ ਮੇਰੀ ਨਹੀਂ ਹੈ, ਇਸ ਲਈ ਨੋ 'ਤੇ ਕਲਿੱਕ ਕਰਕੇ ਨੈਕਸਟ ਕਰਤਾ। ਦੇਖੋ ਇਹਨੇ GSTR 1 ਦੀ ਕੁਆਰਟਰਲੀ ਫਾਈਲ ਕੀਤੀ ਸੀ, ਉੱਥੋਂ ਇਹਨੇ ਆਪਣੇ ਆਪ ਹੀ GSTR 3B ਦਾ ਡਾਟਾ ਫਿਲ ਕਰਤਾ ਟੇਬਲ 3 'ਚ। ਟੇਬਲ 3.1 ਦੇ ਵਿੱਚ ਰਿਵਰਸ ਚਾਰਜ ਆਪਣੇ ਵੀ ਫਿਲ ਕਰਤਾ, ਆਪਣੇ ਵੀ ਫਿਲ ਕਰਤਾ, ਅਤੇ ਇਸ ਤਰ੍ਹਾਂ ਹੀ ਟੇਬਲ 4 ਇਹਦੇ ਵਿੱਚ, ਯਾਨੀ ਕਿ GSTR 3B ਦੇ ਜਿਹੜੇ ਟੇਬਲ ਨੇ ਉਹ ਆਟੋਮੈਟਿਕਲੀ ਇਹਨੇ ਫਿਲ ਕਰਤੇ। ਕਲੋਜ਼ ਕਰੋ, ਦੇਖੋ ਫਿਲ ਹੋਏ ਹੋਏ ਨੇ। ਹੁਣ ਇੱਥੋਂ ਇਹ ਪਤਾ ਲੱਗਦਾ ਕਿ ਸਾਡੀ ਲਾਇਬਿਲਿਟੀ ਹੈ 91,000 ਰੁਪਏ ਸੈਂਟਰ ਦਾ ਟੈਕਸ ਦੇਣਾ ਹੈ, 91,000 ਸਟੇਟ ਦਾ ਟੈਕਸ ਦੇਣਾ ਹੈ, ਅਤੇ 23,000 ਰੁਪਏ ਸੈਸ ਅਸੀਂ ਦੇਣਾ ਹੈ। ਇਹਦੀ ਪੇਮੈਂਟ ਕਰਨ ਵਾਸਤੇ ਸਾਡੇ ਕੋਲ ਕੁਝ ਤਾਂ ਓਪਨਿੰਗ ਬੈਲੈਂਸ ਪਿਆ ਸੀ, ਜਿਹੜਾ ਮੈਂ ਨੋਟ ਨਹੀਂ ਕੀਤਾ, ਪਹਿਲਾਂ ਦੇਖਿਆ ਸੀ, ਅਤੇ ਆਹ ਪੇਮੈਂਟ ਵਾਸਤੇ 60,000 ਰੁਪਏ ਸਾਡਾ CGST, 60,000 ਰੁਪਏ SGST ਆਲਰੇਡੀ ਪਿਆ, ਅਤੇ ਆਹ IGST ਪਿਆ। ਅਸੀਂ ਹੁਣ ਇਹਦੀ ਪੇਮੈਂਟ ਕਰਨ ਵਾਸਤੇ ਤੁਹਾਨੂੰ ਮੈਂ ਖੋਲ੍ਹ ਕੇ ਦਿਖਾਉਣਾ ਦੀ ਪੇਮੈਂਟ ਕਿਵੇਂ ਕਰਨੀ ਹੈ। ਇਹਨੂੰ ਪਹਿਲਾਂ ਸੇਵ ਕਰ ਲਈਏ। ਸੇਵ 'ਤੇ ਕਲਿੱਕ ਕਰਨ ਨਾਲ ਇੱਥੇ ਲਿਖਿਆ ਗਿਆ ਸੇਵ ਰਿਕੁਐਸਟ ਰਿਸੀਵਡ। ਹੁਣ ਲਿਖਿਆ ਜਾਂਦਾ ਆ ਸੇਵਡ ਸਕਸੈਸਫੁਲੀ, ਕਿੱਥੇ ਗਿਆ, ਦੁਬਾਰਾ ਸੇਵ 'ਤੇ ਕਲਿੱਕ ਕਰ ਦਿੰਦੇ ਕਿਉਂਕਿ ਸੇਵ ਕਰਨਾ ਜ਼ਰੂਰੀ ਹੈ। ਸੇਵ ਰਿਕੁਐਸਟ ਰਿਸੀਵਡ, ਕੁਝ ਸੈਕਿੰਡਸ ਦੇ ਵਿੱਚ ਇੱਥੇ ਲਿਖਿਆ ਆ ਜਾਊਗਾ ਸੇਵਡ ਸਕਸੈਸਫੁਲੀ। ਠੀਕ ਹੈ, ਹੁਣ ਸੇਵ ਹੋ ਗਈ। ਹੁਣ ਆਪਾਂ ਇਹਦੀ ਪੇਮੈਂਟ ਕਰਨ ਵਾਸਤੇ ਪ੍ਰੋਸੀਡ ਟੂ ਪੇਮੈਂਟ 'ਤੇ ਜਾਣਾ ਹੈ। ਜੇ ਤਾਂ ਸਾਡੇ ਇਨਪੁਟਸ ਦੇ ਵਿੱਚ ਪੇਮੈਂਟ ਅਵੇਲੇਬਲ ਹੋਈ, ਫਿਰ ਆਪਾਂ ਨੂੰ ਪੇ ਨਹੀਂ ਕਰਨਾ ਪਊਗਾ। ਹੁਣ ਮੈਂ ਇੱਥੋਂ ਦੇਖ ਕੇ ਪਤਾ ਲੱਗ ਜਾਊਗਾ ਵੀ ਸਾਡਾ ਇਨਪੁਟ ਪਿਆ ਜਾਂ ਨਹੀਂ ਪਿਆ। ਜਿਹੜਾ ਸੈਂਟਰ ਦਾ ਟੈਕਸ ਹੈ ਉਹ ਅਸੀਂ IGST 'ਚੋਂ ਪੇ ਨਹੀਂ ਕਰਨਾ, ਇਹਨੂੰ ਮੈਂ ਜ਼ੀਰੋ ਕਰਨ ਲੱਗਿਆ, ਕੱਟਣ ਲੱਗਿਆ ਇਹ, ਕਿਉਂਕਿ ਮੇਰੇ ਕੋਲ ਆਲਰੇਡੀ CGST ਬਹੁਤ ਪਿਆ। ਮੈਂ ਸੈਂਟਰ ਦਾ ਜਿਹੜਾ ਟੈਕਸ ਹੈ ਉਹ ਮੈਂ ਸੈਂਟਰ ਦੇ CGST 'ਚੋਂ ਹੀ ਪੇ ਕਰਨਾ ਹੈ। ਇੱਥੇ ਮੈਂ ਆਹ ਫਿਗਰ ਕੱਟਣ ਲੱਗਿਆ, ਮੈਂ ਟੋਟਲ ਪੇ ਕਰਨਾ ਹੈ 91,000, ਇਹ ਮੈਂ ਸੈਂਟਰ 'ਚੋਂ ਪੇ ਕਰਨ ਲੱਗਿਆ 91,584 ਰੁਪਏ ਜਿਹੜੇ ਸੈਂਟਰ ਦੇ ਨੇ ਤੂੰ CGST ਦੇ ਵਿੱਚੋਂ ਲੈ ਲਾ। ਇਹਨੂੰ ਮੈਂ ਇਹ ਗੱਲ ਕਹਿਣ ਲੱਗਿਆ। ਜਿਹੜਾ ਸਟੇਟ ਦਾ ਟੈਕਸ ਹੈ, ਯਾਨੀ ਹੁਣ ਜਦੋਂ 1,03,000 ਬਾਕੀ ਬਚ ਜਾਊਗਾ, ਸੈਂਟਰ 'ਚੋਂ ਪੇ ਹੋ ਗਿਆ। ਜਿਹੜਾ ਸਟੇਟ ਦਾ ਉਹਦੇ ਵਾਸਤੇ ਮੇਰੇ ਕੋਲ IGST ਅਵੇਲੇਬਲ ਹੈਗਾ 20,864 ਰੁਪਏ। ਮੈਂ ਇੱਥੇ 20,864 ਰੁਪਏ ਭਰ ਦੇਣੇ ਆ। 20,864 ਚੋਂ ਲੈ ਲਾ, ਬਾਕੀ ਦੀ ਅਮਾਊਂਟ ਇਹਦੇ ਚੋਂ ਲੈ ਲਈ। ਅੱਛਾ, 4904 ਰੁਪਏ ਮੈਨੂੰ ਹੋਰ ਚਾਹੀਦੇ ਨੇ। ਦੇਖੋ ਜੀ ਕੀ ਹੋਇਆ, 91,000 ਪੇਮੈਂਟ ਕਰਨੀ ਸੀ, 91,000 ਦੇ ਵਿੱਚੋਂ 20,000 ਮੇਰੇ ਕੋਲ IGST ਅਵੇਲੇਬਲ ਆ। ਮੈਂ ਕਹਿੰਦਾ IGST ਦੇ ਵਿੱਚੋਂ 91,000 ਚੋਂ 91,000 ਦੀ ਪੇਮੈਂਟ ਦੇ ਵਿੱਚੋਂ 20,000 ਤਾਂ ਇਹ ਚੋਂ ਕੱਟ ਲੈ। ਜਿਹੜੇ ਬਾਕੀ ਬਚੇ ਉਹਦੇ ਵਿੱਚੋਂ ਫਿਰ ਪੇਮੈਂਟ SGST 'ਚੋਂ ਲੈਣੀ ਆ। ਉਹ ਮੇਰੇ ਕੋਲ ਮੈਕਸਿਮਮ ਅਵੇਲੇਬਲ ਹੀ ਇੰਨੀ ਸੀ, ਪਿਛਲਾ ਬੈਲੈਂਸ ਪਾ ਕੇ ਨਵਾਂ SGST ਪਾ ਕੇ 65,816 ਬਣਦੇ ਸੀ ਕਿ ਉਹ ਖਤਮ ਹੋ ਗਏ। ਉਸ ਤੋਂ ਬਾਅਦ ਫਿਰ ਮੈਨੂੰ ਐਡੀਸ਼ਨਲ ਚਾਹੀਦੇ ਨੇ 4904 ਰੁਪਏ। 4904 ਰੁਪਏ ਜਿਹੜੇ ਚਾਹੀਦੇ ਨੇ ਉਹ SGST ਦੇ ਵਿੱਚ ਹੋਵੇ ਤਾਂ ਮੈਂ ਪੇਮੈਂਟ ਕਰ ਸਕਦਾ ਹਾਂ। ਉਹਦੇ ਵਿੱਚ ਮੇਰੇ ਕੋਲ ਪਏ ਨੇ ਆਲਰੇਡੀ 2200 ਰੁਪਏ। ਇਹਦਾ ਮਤਲਬ 2704 ਰੁਪਏ ਮੈਨੂੰ ਸਟੇਟ ਦਾ ਟੈਕਸ ਜਮ੍ਹਾਂ ਕਰਾਉਣ ਵਾਸਤੇ ਇੱਕ ਕੈਸ਼ ਚਾਹੀਦਾ ਹੈ। ਜੇ ਇਹ ਕੈਸ਼ ਅਗਰ ਮੇਰੇ ਕੋਲ ਜਮ੍ਹਾਂ ਕੀਤਾ ਹੋਵੇ ਆਨਲਾਈਨ ਮੈਂ ਪੇ ਕਰ ਦੇਵਾਂ
तद ही मैं रिटर्न फाइल कर सकदा हाँ, नहीं तो नहीं फाइल कर सकदा। तो ये जी पेमेंट है ये ऑनलाइन फाइल करने वास्ते अच्छा सैस की देखा सैस की पेमेंट आ देनी सी ये सैस अवेलेबल है अवेलेबल ऐदा कि जी ये पेमेंट है पेमेंट करने तो बाद भी उपर देखो ना लिखा है 16,260 ये पेमेंट तो बाद भी बैलेंस बच जाना, यानी कि सैस अपने को हैगा सानू पे नहीं करना पैना इनपुट च भी आ। बस एक स्टेट का जो टैक्स है वो साढ़े को शार्टेज है, वो शार्टेज हैगी है 2704 रुपये। 2704 रुपये का टैक्स अगर असीं पे करी कैश जमा करावांगे तो रिटर्न फाइल करनी है, तो ही ये पेमेंट क्लीयर हो पाऊगी। जब तक ये पेमेंट जमा नहीं करावांगे तब तक आप पेमेंट आप बटन नहीं क्लिक कर सकते। हुण ये पेमेंट देने वास्ते आपां नूं करना पैना है क्रिएट चलान। क्रिएट चलान पर क्लिक करके ऑनलाइन पेमेंट करनी है जी। मैं तुहानूं दिखाउण लगा सी पेमेंट किवें करनी है चलान के द्वारा। जिवें इत्थे आपां ये देख रहे हैं कि 2704 रुपये का कैश रिक्वायर्ड है SC/ST के वास्ते आपां नूं पे तां होऊगा जी। तो पेमेंट करने वास्ते मैं क्रिएट चलान पर क्लिक किया तो उस तो बाद वो अपने आप ही जिन्नी पेमेंट रिक्वायर्ड है उन्ने का चलान तैयार करता SC/ST 2704 रुपये का। यदि पेमेंट मैं ऑनलाइन करनी है इस करके मैं ई पेमेंट पर क्लिक करके जनरेट चलान पर क्लिक कर लगे हाँ। वो हम चलान जनरेट होगा। बैंक नैट बैंकिंग मैं चूज़ करूँगा, बैंक ऑफ इंडिया की मैं यूज़ करूँगा। टर्म्स एंड कंडीशनस मैं एग्री करदा हाँ। मेक पेमेंट पर क्लिक किया तो वो मेरे तो GST के वास्ते बैंक का कोर बैंकिंग यही मैं क्लिक करूँगा। रिटेल बैंकिंग है मेरी, तो इत्थे मैं यूजर ने क्लिक किया और उसका पासवर्ड मैं भर देना है। लॉगिन वाला मैं यूजर नेम एंड पासवर्ड फिल करता। पेमेंट का रिमार्क्स लिख देना GSTR मार्च फॉर मिलन। कंटिन्यू तो क्लिक करता जी। इसका ट्रांजैक्शन पासवर्ड मैं करन लग्या पे हॉट पेमेंट सक्सैसफुल, यानी कि पेमेंट जी हो चुकी है। तो अपने आप वापस आ जाऊगा या मैंने क्लिक करके ट्रांजैक्शन कंप्लीट होगी वापस आ गया। कंटिन्यू पर क्लिक किया। हुण तुसीं चेक करियो तो मैं दिखाना GSTR 3 भी तो वापस अपने भी मुड़ के आ गया। तो जो 91,584 का स्टेट का टैक्स पे करना सी ये विचों मैं ये पेमेंट IGST चों करवाती, SC/ST चों करवाती। जो बैलेंस पैसे जो बाकी रह गया 4904 रुपये ये मैं कैश पे करती। हुण मैनूं रिक्वायर्ड एडिशनल कुछ नहीं कहना। हुण मैं कहना कि जी पेमेंट है जो कट लै मेक पेमेंट पोस्ट क्रेडिट टू लेजर। मैं एक बार फिर चेक कर लूँगा। हाँ ठीक है IGST की पेमेंट जिन्नी मेरे को पई सी वो मैं SC/ST के नाल एडजस्ट करती। तो मेक पेमेंट पोस्ट क्रेडिट टू लेजर पर मैं क्लिक करके यस कर देना। पेमेंट होगी क्लीयर, यानी कि जो साडी मार्च तक की लायबिलिटी बनती सी वो आपां पे कर दी है। हुण प्रोसीड टू फाइल पर क्लिक करांगे। आई एग्री तो क्लिक करके यूजर नेम चूज़ किया जिन्होंने OTP जाऊगा तो इनू क्लिक करते हैं। OTP मेरे फोन पर आ गया हो क्योंकि यदा जो मोबाइल नंबर है मेरा ही भरिया है। मैं OTP अपने फ़ोन तो देख के फिल करूँगा जी। OTP मैनू आ गया, मैं वो फिल कर लगे। वेरीफाई पर क्लिक किया जी। फाइलिंग सक्सैसफुल GSTR 3 भी फाइल हो गई है, पेमेंट जा चुकी है। तो ये सी प्रोसैस GSTR फाइल करन दा। हुण मैं जी थैंक यू फॉर वॉचिंग।